ਲਾਸਟ ਲੈਕਚਰ ਦੇ ਵਿੱਚ ਬੇਟਾ ਆਪਾਂ ਜੋ ਸਾਡਾ ਟਰਮ 1 ਐਗਜ਼ਾਮ ਦਾ ਮੈਥਮੈਟਿਕਸ ਦਾ ਸੈਂਪਲ ਪੇਪਰ ਸੀ ਉਹਦੇ ਪਹਿਲੇ 20 ਕੁਐਸਚਨ ਆਪਾਂ ਸੋਲਵ ਕੀਤੇ ਸੀ। ਤਾਂ ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਆਪਾਂ ਜਿਹੜੇ ਬਾਕੀ ਰਹਿੰਦੇ ਕੁਐਸਚਨ ਅੱਜ ਉਹਨਾਂ ਨੂੰ ਸੋਲਵ ਕਰਾਂਗੇ। ਔਰ ਜੋ ਬੱਚੇ ਪਹਿਲੀ ਵਾਰ ਸਾਡੇ ਨਾਲ ਜੁੜ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਆ ਉਸ ਨੂੰ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਜਿਹੜਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। पहला प्रश्न बेटा देखो की है, हेठ लिखिया विचों किहड़े पद समान हैं, इक्को जिहे है जिहड़े पद लाइक टर्म किहड़ियां वो दसनी है। तो तुसीं देखोगे जिहड़ा लास्ट ऑप्शन है ना उस दे विच ध्यान नाल देखो, पहली टर्म साडे कोले हैगी है 15 MN। इहदे विच जिहड़े साडे कोले चल राशियां एक्स वाई जां इस तरह दे इंग्लिश अल्फाबैट है जिहड़े हुंदे जिहड़े वो देखो M ते N है, ठीक है। दूसरी टर्म सीगी जिहड़ी -6 MN ਉਹਦੇ ਵਿੱਚ ਵੀ MN ਹੀ ਹੈ। ਤਾਂ ਇਹ ਬੇਟਾ ਸੇਮ ਹੋਣਾ ਚਾਹੀਦਾ। ਪਹਿਲੇ ਆਪਸ਼ਨ 'ਚ ਸੇਮ ਨਹੀਂ ਸੀਗੇ, ਇੱਥੇ XY ਸੀ, ਇਹ ਨਹੀਂ ਹੋ ਸਕਦਾ ਸਾਡਾ ਆਨਸਰ। ਦੂਸਰੇ ਜਿਹੜਾ ਆਪਸ਼ਨ ਸੀ ਇਸ 'ਚ ਦੇਖੋ Z ਹੈ, ਇੱਥੇ Z ਦੀ ਘਾਤ 2 ਹੈ ਤਾਂ ਇਹ ਵੀ ਨਹੀਂ ਹੋ ਸਕਦਾ। ਤੀਸਰੇ ਆਪਸ਼ਨ 'ਚ ਦੇਖੋ ਇੱਥੇ P ਹੈ, ਇੱਥੇ ਔਰ P ਔਰ Q ਦੋਨੋਂ ਹੈ ਤਾਂ ਇਹ ਵੀ ਦੇਖੋ ਅਲੱਗ ਹੈ। ਇੱਥੇ ਬਿਲਕੁਲ ਸੇਮ ਹੈ, ਇੱਕ 'ਚ MN ਹੈ ਤਾਂ ਦੂਸਰੇ ਦੇ ਵਿੱਚ ਵੀ MN ਹੀ ਹੈ। ਤਾਂ ਇਹਨੂੰ ਕਹਿੰਦੇ ਅਸੀਂ ਸਮਾਨ ਪਦ, ਠੀਕ ਹੈ। ਜਿਹੜੀ ਚੱਲ ਰਾਸ਼ੀ है वो ਇੱਕੋ ਜਿਹੀ ਹੋਣੀ ਚਾਹੀਦੀ है। ਤਾਂ ਇਹ ਸਾਡਾ ਰਾਈਟ ਆਨਸਰ ਸੀ। ਅਗਲਾ ਪ੍ਰਸ਼ਨ ਦੇਖੋ, ਹੇਠਾਂ ਦਿੱਤੀ ਗਈ ਸਮਾਂਤਰ ਚਤੁਰਭੁਜ ਵਿੱਚ x ਦਾ ਮੁੱਲ ਦੱਸੋ। ਤਾਂ ਦੇਖੋ ਇਹ ਇੱਕ ਸਾਡੇ ਕੋਲੇ ਸਮਾਂਤਰ ਚਤੁਰਭੁਜ ਦੀ ਭੁਜਾ ਦਿੱਤੀ ਹੋਈ ਹੈ। ਇਹਦੇ ਉੱਪਰ ਦੋ ਕੋਣ ਬਣ ਰਹੇ ਆ, ਦੇਖੋ ਇੱਕ ਤਾਂ 80 ਡਿਗਰੀ ਔਰ ਇੱਕ x। ਇਹ ਇੱਕ ਭੁਜਾ ਦੇ ਉੱਪਰ ਜਿਹੜੇ ਕੋਣ ਬਣੇ ਹੁੰਦੇ ਆ ਇਹਨਾਂ ਨੂੰ ਕਹਿੰਦੇ ਅਸੀਂ ਲਾਗਵੇਂ ਕੋਣ, ਐਡਜੈਸੈਂਟ ਐਂਗਲ। ਔਰ ਜਿਹੜੇ ਲਾਗਵੇਂ ਕੋਣ ਹੁੰਦੇ ਆ समांतर चतुर्भुज ਦੇ ਵਿੱਚ ਇਹਨਾਂ ਦਾ ਜਿਹੜਾ ਜੋੜ ਹੁੰਦਾ ਦੋਨਾਂ ਦਾ ਉਹ ਹੁੰਦਾ 180 ਡਿਗਰੀ। ਤਾਂ x ਦੀ ਵੈਲਿਊ ਕਿੰਨੀ ਹੋਗੀ, 80 ਉਧਰਲੀ ਸਾਈਡ ਬੇਟਾ ਜਾ ਕੇ ਘਟ ਜੂਗਾ। 180 ਚੋਂ ਜਦੋਂ ਅਸੀਂ 80 ਘਟਾਵਾਂਗੇ ਤਾਂ ਕਿੰਨਾ ਆ ਗਿਆ ਸਾਡੇ ਕੋਲ 100 ਡਿਗਰੀ। ਤਾਂ ਜਿਹੜਾ ਸਾਡੇ ਕੋਲੇ ਫਸਟ ਆਪਸ਼ਨ ਆ ਉਹ ਕੀ ਹੈ, ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਅਗਲੇ ਪ੍ਰਸ਼ਨ ਦੇ ਵਿੱਚ ਸਾਡੇ ਕੋਲ ਹੈ 3a ਦੀ ਘਾਤ 5 ਗੁਣਾ 2a ਦੀ ਘਾਤ 10। ਇਹਦੀ ਵੈਲਿਊ ਕੀ ਹੋਗੀ, ਦੇਖੋ ਪਹਿਲਾਂ ਜਿਹੜੇ ਅੰਕ ਹੁੰਦੇ ਆ ਉਹਨਾਂ ਦੀ ਗੁਣਾ ਕਰ ਦਿਓ। 3 ਤੇ 2 ਦੀ ਦੇਖੋ ਗੁਣਾ ਹੋ ਜੂਗੀ, 3 ਗੁਣਾ 2 ਔਰ a ਦੀ ਘਾਤ ਜਿਹੜੀ ਹੁੰਦੀ ਹੈ ਗੁਣਾ ਕਰਨ ਵੇਲੇ ਘਾਤਾਂ ਜੁੜ ਜਾਂਦੀਆਂ। ਪਹਿਲਾਂ ਘਾਤ ਦੇਖੋ 5 ਸੀ, ਫਿਰ ਘਾਤ ਕਿੰਨੀ ਹੈ 10 ਹੈ। ਇਹਨਾਂ ਨੂੰ ਅਸੀਂ ਕੀ ਕਰ ਦਾਂਗੇ, ਘਾਤਾਂ ਨੂੰ ਜੋੜ ਦਾਂਗੇ। ਦੇਖੋ ਪਹਿਲਾਂ a ਦੀ ਜਿਹੜੀ ਘਾਤ ਸੀਗੀ ਉਹ 5 ਸੀ, फिर घात कितनी है 10 है। तो साढ़े को कितना बन गया, देखो 3 गुणा 2 6 बन गया सी और ए दी घात कितनी बन जूगी 5 ते 10 15। गुणा करने वेले जिहड़ियां घातां है वो जुड़ जांदियां और भाग करने वेले घटदियां हुंदियां। तो साढ़े कोले पहला ऑप्शन बेटा इहदा राइट आंसर सी। अगला एक फार्मूले है बेटा, ये तुसीं याद रखना है, a + b स्क्वेयर ये की हुंदा हैगा a दा वर्ग प्लस 2ab प्लस b ਦਾ वर्ग। ਇਹ ਇੱਕ ਫਾਰਮੂਲਾ ਹੁੰਦਾ ਹੈ। ਤਾਂ ਸਾਡੇ ਕੋਲੇ ਜਿਹੜੀ ਵਿਚਾਲੇ ਟਰਮ ਸੀ ਉਹ ਕਿਹੜੀ ਟਰਮ ਆਉਂਦੀ ਹੁੰਦੀ ਹੈ 2ab। ਤਾਂ ਇਹੀ ਇਹਦਾ ਰਾਈਟ ਆਨਸਰ ਹੈ। ਜੇ ਇੱਥੇ ਬੇਟਾ ਮਾਈਨਸ ਹੋਵੇ ਫਾਰਮੂਲੇ ਦੇ ਵਿੱਚ ਵਿਚਾਲੇ, ਇਹ ਵੀ ਯਾਦ ਰੱਖ ਲਓ, ਉੱਥੇ ਤੁਹਾਡਾ ਆਨਸਰ ਵਿਚਾਲੇ ਕੀ ਹੋਊਗਾ -2ab, ਠੀਕ ਹੈ। ਇਹ ਤੁਸੀਂ ਦੋ ਫਾਰਮੂਲੇ ਯਾਦ ਰੱਖ ਲਓ, ਦੋਨਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਪੁੱਛਿਆ ਜਾਂਦਾ ਤਾਂ ਚੇਂਜ ਕਰਕੇ ਇਸ ਤਰੀਕੇ ਨਾਲ ਪੁੱਛ ਸਕਦੇ ਆ। ਅਗਲਾ ਪ੍ਰਸ਼ਨ ਦੇਖੋ, x ਦੀ ਵੈਲਿਊ 1 ਹੈ ਦੇ ਲਈ ਵਿਅੰਜਕ ਇੱਕ ਸਾਡੇ ਕੋਲੇ ਐਕਸਪ੍ਰੈਸ਼ਨ ਹੈ। ਕੀ ਹੈ ਐਕਸਪ੍ਰੈਸ਼ਨ, ਸਾਡੇ ਕੋਲੇ x -3 + 2 ਇਹਦਾ ਮੁੱਲ ਸਾਨੂੰ ਪੁੱਛਿਆ ਹੋਇਆ ਔਰ x ਦਾ ਮੁੱਲ ਕਿੰਨਾ ਕਿਹਾ, ਕਹਿੰਦੇ 1 ਹੈ। x ਦੀ ਥਾਂ ਤੇ 1 ਭਰ ਦਿਓ, 1 ਘਟਾ 3 + 2। ਹੁਣ ਦੇਖੋ 1 ਚੋਂ 3 ਘਟਾਵਾਂਗੇ ਇਹ ਕਿੰਨਾ ਆ ਗਿਆ ਸਾਡੇ ਕੋਲ -2 + 2। -2 ਦੀ ਜਦੋਂ 1 ਨਾਲ ਗੁਣਾ ਕੀਤੀ ਹੈ -2 ਹੀ ਰਹਿ ਗਿਆ ਔਰ +2। ਤਾਂ -2 ਚੋਂ +2 ਘਟਾਓਗੇ ਕਿੰਨਾ ਆ ਗਿਆ 0। ਇਹਨੂੰ ਕੱਟਾਂਗੇ -2 ਤੇ +2 ਕੱਟ ਗਏ, ਇੱਕ ਮਾਈਨਸ ਦਾ ਇੱਕ ਪਲੱਸ ਦਾ, ਤਾਂ ਆਨਸਰ ਕਿੰਨਾ ਆ ਗਿਆ 0। ਤਾਂ C ਆਪਸ਼ਨ ਇਹਦਾ ਰਾਈਟ ਆਨਸਰ ਹੈ। ਅਗਲਾ ਸਾਡੇ ਕੋਲੇ ਪ੍ਰਸ਼ਨ ਹੈ, ਇਹਨੂੰ ਮੈਂ ਹੇਠਾਂ ਸੋਲਵ ਕਰਦਾ ਬੇਟਾ, ਥਾਂ ਥੋੜਾ ਉਧਰ। AB - BC BC - CA ਔਰ CA - AB ਇਹਨਾਂ ਜੋੜ ਕਰਨਾ ਕਿਸ ਦਾ, AB - BC, फिर सी साढ़े कोल BC - CA, फिर साढ़े कोल है CA - AB।
ਇਹਨਾਂ ਦਾ ਅਸੀਂ ਕੀ ਕਰਨਾ ਹੈ, ਜੋੜ ਕਰਨਾ ਹੈ। 3 ਟਰਮਾਂ ਸੀ, ਪਹਿਲੀ, ਦੂਜੀ ਔਰ ਤੀਜੀ, ਜੋੜ ਕਰਤਾ। देखो ए भी इत्थे प्लस का है, इत्थे ये लास्ट ते कादा है माइनस का, कट गए। इस तरह बी सी देखो आ माइनस का है, आ कादा है प्लस का, ये भी कट गए। सी ए माइनस का प्लस का, ये भी कट गए। जो सारे ही कट जान तो की आ गया आंसर साढ़े कोल 0, कुछ नहीं बाकी बचया। तो लास्ट ऑप्शन इसका राइट आंसर है। अगे है गुणात्मक उल्ट। देखो मैं स्टार्टिंग दे विच भी दस्सिया सी, लास्ट लैक्चर दे विच जे सानू जोड़ उल्ट पुछया हुंदा है, एडिटिव इनवर्स पुछया हुंदा, असीं साइन चेंज करना है। जे सानू गुणात्मक उल्ट पुछया असीं उहनूं उल्टा करना, रेसिप्रोकल करना है। 5 दी पावर -3 सी, इहदा सानू गुणात्मक उल्ट है जिहड़ा वो पुछया होया। तां गुणात्मक उल्ट कढण दा मैथड की है, उल्टा करना है, जां तुसीं जिहड़ी तुहाडी घात है उहदा निशान बदल दो। 5 दी घात -3 सी, इहनूं की कर दो +3, तो ये उल्टा हो गया अपने आप ही, ये बन गया 5 की घात 3। तो ये साडा राइट आंसर है, सैकेंड ऑप्शन। तो अगला प्रश्न देखो, 2 की घात 2 प्लस 2 की घात 3, और सॉरी 3 की घात 2 प्लस 2 की घात 3 की घात कितनी है, 0 है। ਇਹਦਾ ਮੁੱਲ ਕੀ ਹੋਵੇਗਾ? ਤਾਂ ਦੇਖੋ ਬ੍ਰੈਕਟ ਹੈ, ਉਸ ਦੇ ਅੰਦਰ ਜੋ ਮਰਜ਼ੀ ਹੋਵੇ ਉਹਦੀ ਆਪਾਂ ਨਹੀਂ ਵੈਲਿਊ ਦੇਖਣੀ ਕੀ ਹੈ। ਜਦੋਂ ਕਿਸੇ ਵੈਲਿਊ ਦੀ ਪਾਵਰ 0 ਹੋ ਜਾਂਦੀ ਹੈ ਤਾਂ ਉਹਦਾ ਮੁੱਲ ਕਿੰਨਾ ਹੁੰਦਾ ਹੈ, 1 ਹੁੰਦਾ ਹੈ। ਤਾਂ ਹੁਣ ਇਹ ਬ੍ਰੈਕਟ ਸੀਗੀ, ਬ੍ਰੈਕਟ ਦੇ ਵਿੱਚ ਜੋ ਵੀ ਵੈਲਿਊ ਸੀ, ਦੇਖੋ 3 ਦੀ ਘਾਤ 2 प्लस 2 की घात 3 कुछ भी है, पर जी बाहर जो वैल्यू साढ़े को बाहर घात 0 लग गई उपर, तो यदी वैल्यू कितनी होगी, 1 के बराबर होगी। तो हुण साढ़े को जिहड़ा है 3 की घात 2 प्लस 2 की घात 3, यदी जी पावर सी वो 0 सी सारे दी, तो यदा मुल कितना होगा, 1 होगा। तो लास्ट ऑप्शन साडा राइट आंसर है। इत्थे देखो गुणा हो रही है अगले प्रश्न दे विच, तो मैं तुहानूं बेटा दस्सिया जो गुणा हुंदी है उदों जिहड़ियां घातां है वो जुड़ जांदियां, -4 और -3 इन्हां नूं असीं जोड़ांगे तो साडी जिहड़ी घात हो जूगी 3 दी, वो कितनी हो जूगी, -7। तो साडे कोले सी ऑप्शन इहदा राइट आंसर है। अगे है अगले प्रश्न दे विच म्यारी रूप दे विच असीं लिखना है स्टैंडर्ड फॉर्म दे विच, तो बिल्कुल आसान है। साडे कोल जिहड़ा वैल्यू है देखो कि 0.000035 जिहड़ा दशमलव है वो एक बिंदु तो बाद असीं करना है। इत्थे 4 देखो किन्ने बिंदु बाद है, 5 बिंदु बाद। तो देखो जिहड़ा दशमलव है वो इत्थों कित्थे चला जाऊगा, इत्थे चला जाऊगा, यानी असीं लिखांगे 3.5 इहनूं गुणा किन्ने स्टैप इत्थे चला गया, देखो जिहड़ा बिंदु है किन्ने कदम अगे चलिया, 1 2 3 और 4 स्टैप किधर नूं गया, सज्जे हत्थ नूं इधर नूं गया। तो जे इधर नूं जाने तो असीं जिहड़ी 10 की पावर है वो -4 लावांगे जिन्ने कदम अगे गया, तो 10 की पावर कितनी लगावांगे, -4। तो तीसरा ऑप्शन साडा राइट आंसर है। अगे है अगले प्रश्न दे विच सधारण रूप दे विच लिखना है। पहलां साडे कोले असीं म्यारी रूप च लिखिया सी, हुण असीं सधारण रूप च लिखना है। तो एक बाद दशमलव हुंदा है म्यारी रूप च, आपां जिवें पहलां उपर कीता सी, देखो 1.6 गुणा 10 की पावर -3। हुण जे 10 की पावर -3 हटाउणा होवे पहलां वांगू, तो असीं देखो घात 3 है, बिंदु नूं 3 स्टैप इधर होर लैके आउणा। जिवें पहलां असीं इधर नूं सज्जे हत्थ गए सी, तो जिहड़ा साडा पॉइंट सी ओह सज्जे हत्थ 4 स्टैप अगे गया सी, तो असीं 10 की घात -4 नाल गुणा कीती सी। तो इस तरह जो असीं 10 की घात हुण -3 हटाउणा है, तो असीं जिहड़ा बिंदु है 3 स्टैप पिछे लैके आउणा है। ठीक है, पहलां 1 बाद बिंदु है, हुण 3 बाद होर जोड़ लो, किन्ने बाद बिंदु होऊगा, 4 बाद। तो साडा देखो 4 बार बिंदु कित्थे है, इत्थे है। तो यही साडा आंसर है 0.0016। इहनूं दूसरा मैथड भी इहनूं करन दा की करो, 1.6 नूं की लिख दो बटा 10 की पावर 3, थले जाके पावर प्लस दी होगी, इहनूं लिख सकते हैं 1.6 बटा 1000। तो हुण 3 जीरो साडे कोले बटे च, तो 3 बार बिंदु होर लगूगा। 1 बार बिंदु सीगा, जो 3 बार होर लावांगे तो कितना बन जूगा, 0.0016। तो यही साडा राइट आंसर है। अगला प्रश्न देखो, 2/3
ਉਸ ਦੀ ਜਿਹੜੀ ਪਾਵਰ ਹੈ ਇਸ ਪ੍ਰਸ਼ਨ ਦੇ ਵਿੱਚ ਦੇਖੋ ਕਿੰਨੀ ਹੈ -2। ਇਹਦਾ ਮੁੱਲ ਸਾਨੂੰ ਪੁੱਛਿਆ ਹੋਇਆ। ਜੇ ਅਸੀਂ ਬ੍ਰੈਕਟ ਦੇ ਅੰਦਰ ਬੇਟਾ ਜਿਹੜੀ ਰਕਮ ਹੈ ਉਹਨੂੰ ਉਲਟਾ ਕਰ ਦਈਏ ਤਾਂ ਪਾਵਰ ਹੈ ਜਿਹੜੀ ਉਹ ਕਾਹਦੀ ਹੋ ਜੂਗੀ ਪਲੱਸ ਦੀ। ਠੀਕ ਹੈ, ਸਾਈਨ ਚੇਂਜ ਹੋ ਜਾਂਦਾ। ਤਾਂ 3 ਦੀ ਪਾਵਰ 2 ਕਿੰਨਾ ਹੁੰਦਾ 3 ਦਾ ਵਰਗ 9 ਔਰ 2 ਦਾ ਵਰਗ 2 ਗੁਣਾ 2 ਕਿੰਨਾ ਹੋਊਗਾ 4। 3 ਗੁਣਾ 3 ਔਰ 2 ਗੁਣਾ 2 ਕਿੰਨਾ ਆ ਗਿਆ ਸਾਡਾ ਆਨਸਰ 9/4। ਤਾਂ ਦੂਸਰਾ ਆਪਸ਼ਨ ਸਾਡਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਅਸੀਂ ਗੁਣਨਖੰਡ ਬਣਾਉਣੇ ਹੈ। ਕਿਸ ਦੇ ਗੁਣਨਖੰਡ ਬਣਾਉਣੇ ਅਸੀਂ 6x - 4y 6xy ਪਹਿਲਾਂ 1 ਮਿੰਟ 6xy - 4y ਇਹਦੇ ਗੁਣਨਖੰਡ ਅਸੀਂ ਬਣਾਉਣੇ ਹੈ। ਤਾਂ 6 ਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3 2 3 6 ਗੁਣਾ x ਗੁਣਾ y। ਠੀਕ ਹੈ, 6 ਨੂੰ ਅਸੀਂ ਲਿਖਿਆ 2 ਗੁਣਾ 3 XY ਨਾਲ ਸੀਗਾ। ਇੱਥੇ 4 ਨੂੰ ਲਿਖ ਸਕਦੇ ਹਾਂ 2 ਗੁਣਾ 2 ਔਰ ਜਿਹੜਾ y ਹੈ ਉਹਨੂੰ ਐਜ ਟੀ ਜੀ ਨਾਲ ਲਿਖ ਲਿਆ। ਹੁਣ ਦੇਖੋ ਪਹਿਲੀ ਜਿਹੜੀ ਸਾਡੇ ਕੋਲ ਆ ਰਕਮ ਸੀ ਉਹਦੇ ਵਿੱਚ 2 ਤੇ y ਇਹ ਸਾਂਝਾ ਨਿਕਲਿਆ ਆ ਦੋਨਾਂ 'ਚ। ਦੇਖੋ ਇੱਥੇ ਵੀ ਹੈ 2 ਇੱਥੇ ਵੀ ਹੈ y। ਤਾਂ ਇੱਥੇ ਕੀ ਰਹਿ ਗਿਆ ਇੱਥੇ ਰਹਿ ਗਿਆ ਸਾਡੇ ਕੋਲ ਇੱਕ ਤਾਂ 3 ਔਰ ਇੱਕ x। ਇੱਥੇ ਦੇਖੋ 2y ਸਾਂਝਾ ਨਿਕਲਿਆ ਆ ਔਰ 1 2 ਇੱਥੇ ਬਚ ਗਿਆ। ਤਾਂ ਸਾਡਾ ਆਨਸਰ ਇਹ ਹੋਣਾ ਚਾਹੀਦਾ ਹੈ 2y 3x - 2। ਤਾਂ ਤੁਸੀਂ ਦੇਖੋਗੇ ਜਿਹੜਾ C ਆਪਸ਼ਨ ਹੈ ਉਹ ਰਾਈਟ ਆਨਸਰ ਹੈ। ਅਗਲੇ ਪ੍ਰਸ਼ਨ ਦੇ ਵਿੱਚ ਦੇਖੋ ਅਸੀਂ 66p Q ਦੀ ਪਾਵਰ 2 R ਦੀ ਪਾਵਰ 3 ਉਸ ਨੂੰ ਭਾਗ ਕਰਨਾ ਹੈ 11Q R ਦੀ ਪਾਵਰ 2 ਤੇ। 66 ਦਾ ਅਸੀਂ ਦੇਖੋ 66 ਲਿਖ ਲਿਆ। P ਔਰ Q ਦੀ ਪਾਵਰ 2 ਸੀ, Q ਨੂੰ ਅਸੀਂ 2 ਵਾਰ ਲਿਖਿਆ। R ਦੀ ਪਾਵਰ 3 ਸੀ, ਅਸੀਂ R ਨੂੰ ਕਿੰਨੇ ਵਾਰ ਲਿਖਾਂਗੇ 3 ਵਾਰ ਗੁਣਾ ਦੇ ਵਿੱਚ। ਠੀਕ ਹੈ, ਬਟੇ 11Q R ਦੀ ਪਾਵਰ ਸਾਡੇ ਕੋਲ 2 ਹੈ, R ਨੂੰ ਅਸੀਂ 2 ਵਾਰ ਲਿਖਾਂਗੇ। ਦੇਖੋ 2 R ਨਾਲ 2 R ਕੱਟ ਗਏ, 1 Q ਨਾਲ 1 Q ਕੱਟ ਗਿਆ ਔਰ 11 ਨੂੰ ਕੱਟਾਂਗੇ 11 × 6 = 66। ਤਾਂ ਸਾਡੇ ਕੋਲੇ ਕੀ ਬਚ ਗਿਆ ਦੇਖੋ ਸਾਡੇ ਕੋਲੇ ਬਚ ਗਿਆ 6PQ ਔਰ ਇੱਕ ਬਚ ਗਿਆ R। ਤਾਂ ਸਾਡਾ ਆਨਸਰ ਹੋ ਗਿਆ 6PQR। ਤਾਂ ਦੇਖੋ ਇਹ ਕਿੱਥੇ ਹੈ ਪਹਿਲਾ ਆਪਸ਼ਨ ਹੀ ਸਾਡਾ ਕੀ ਹੈਗਾ ਦੇਖੋ ਰਾਈਟ ਆਨਸਰ ਹੈ। ਤਾਂ ਅਗਲਾ ਪ੍ਰਸ਼ਨ ਦੇਖੋ ਕੀ ਹੈ ਅੱਗੇ ਹੈ 49x ਦੀ 2 - 36 ਇਹਦੇ ਗੁਣਨਖੰਡ ਬਣਾਉਣੇ ਆ। ਤਾਂ 49 ਨੂੰ ਅਸੀਂ ਕੀ ਲਿਖ ਸਕਦੇ ਹਾਂ 49 ਨੂੰ ਲਿਖ ਸਕਦੇ ਹਾਂ 7 ਦਾ ਵਰਗ ਔਰ ਨਾਲ x ਦੀ ਪਾਵਰ 2 ਹੈ ਇਹਨੂੰ ਲਿਖ ਸਕਦੇ ਹਾਂ 7x ਦਾ ਵਰਗ। ਠੀਕ ਹੈ, 36 ਕਿਹਦਾ ਵਰਗ ਹੁੰਦਾ 6 ਦਾ। ਤਾਂ ਇੱਕ ਸਾਡੇ ਕੋਲੇ ਬੇਟਾ ਫਾਰਮੂਲਾ ਹੁੰਦਾ ਹੈ a ਦੀ 2 - b ਦੀ 2 ਇਹ ਕਿਹਦੇ ਬਰਾਬਰ ਹੁੰਦਾ ਹੈ ਇੱਕ ਵਾਰ a + b ਔਰ ਇੱਕ ਵਾਰ a - b। ਇੱਕ ਵਾਰ ਫੈਕਟਰ ਜੋੜ ਦਿੱਤੇ ਜਾਂਦੇ ਆ ਇੱਕ ਵਾਰ ਘਟਾ ਦਿੱਤੇ ਜਾਂਦੇ। ਇੱਥੇ ਹੋ ਜਾਊਗਾ 7x + 6 ਇਹ ਬਣ ਜਾਊਗਾ 7x - 6। ਜਿੱਥੇ ਇਹ ਫੈਕਟਰ ਹੋਣਗੇ ਇੱਕ ਪਲੱਸ ਦਾ ਔਰ ਇੱਕ ਮਾਈਨਸ ਦਾ। ਪਹਿਲੇ ਦੇ ਵਿੱਚ ਦੇਖੋ ਦੋਨੇ ਮਾਈਨਸ ਦੇ ਆ, ਇਹ ਉੱਤਰ ਨਹੀਂ ਹੈਗਾ। ਦੂਜੇ ਦੇ ਵਿੱਚ ਦੋਨੇ ਪਲੱਸ ਦੇ, ਇਹ ਵੀ ਆਨਸਰ ਨਹੀਂ ਹੈਗਾ। ਤੀਜਾ ਜਿਹੜਾ ਆਪਸ਼ਨ ਹੈ ਇਹ ਸਾਡਾ ਰਾਈਟ ਆਨਸਰ ਹੈ ਕਿਉਂਕਿ ਇੱਕ ਪਲੱਸ ਦਾ ਇੱਕ ਮਾਈਨਸ ਦਾ। ਅਗਲਾ ਦੇਖੋ ਕੁਐਸਚਨ ਸਾਡੇ ਕੋਲੇ ਅਸੀਂ ਸਾਂਝਾ ਗੁਣਨਖੰਡ ਇਹਨਾਂ ਦੇ ਵਿੱਚ ਪਤਾ ਕਰਨਾ ਹੈ 6ABC 24AB ਦੀ 2 12A ਦੀ 2 B ਦਾ ਸਾਂਝਾ ਗੁਣਨਖੰਡ ਜਿਹੜਾ ਕੋਮਨ ਫੈਕਟਰ ਹੈ ਉਹ ਅਸੀਂ ਦੱਸਣਾ ਹੈ। ਤਾਂ ਬੜਾ ਆਸਾਨ ਇਹ ਕੁਐਸਚਨ ਹੈ। ਦੇਖੋ ਇਹਨੂੰ ਆਪਾਂ ਸੋਲਵ ਕਰਦੇ ਹਾਂ। ਪਹਿਲਾ ਜਿਹੜਾ ਸਾਡੇ ਕੋਲ ਸੀ 6ABC ਉਹਨੂੰ ਕੀ ਲਿਖ ਸਕਦੇ ਹਾਂ 6 ਨੂੰ ਲਿਖ ਸਕਦੇ ਹਾਂ 2 × 6 ABC ਮੈਂ ਉਵੇਂ ਹੀ ਲਿਖ ਲਿਆ। ਪਹਿਲੇ ਨੂੰ ਮੈਂ ਲਿਖਿਆ ਇਸ ਤਰੀਕੇ ਨਾਲ। ਦੂਸਰਾ ਸੀ 24 ਨੂੰ ਲਿਖਿਆ 2 ਦੂਣੀ 4 4 ਦੂਣੀ 8 8 × 24। ਫਿਰ ਸੀ A B ਦੀ ਘਾਤ 2 ਤਾਂ B ਨੂੰ 2 ਵਾਰ ਲਿਖਤਾ ਦੇਖੋ। ਠੀਕ ਹੈ, ਅੱਗੇ 12 12 ਨੂੰ ਲਿਖਾਂਗੇ 2 ਦੂਣੀ 4 ਔਰ 4 × 12 ਔਰ A ਦੀ ਘਾਤ 2 ਹੈ ਤਾਂ A ਨੂੰ ਅਸੀਂ 2 ਵਾਰ ਲਿਖਾਂਗੇ। B ਦੀ ਘਾਤ 1 ਹੈ, B ਨੂੰ 1 ਵਾਰ ਲਿਖਾਂਗੇ। ਹੁਣ ਦੇਖੋ ਸਾਂਝਾ ਗੁਣਨਖੰਡ ਜਿਹੜਾ ਕੋਮਨ ਫੈਕਟਰ ਸੀ ਉਹ ਸਾਨੂੰ ਪੁੱਛਿਆ ਹੋਇਆ। ਸਾਂਝਾ ਗੁਣਨਖੰਡ ਯਾਨੀ ਜਿਹੜਾ ਕੋਮਨ ਫੈਕਟਰ ਹੈ ਉਹ ਸਾਨੂੰ ਪੁੱਛਿਆ ਹੋਇਆ। ਤਾਂ ਦੇਖੋ ਪਹਿਲਾਂ 2 ਦੇਖੋ ਸਾਰਿਆਂ ਦੇ ਵਿੱਚ ਹੈ ਬੇਟਾ। ਇੱਥੇ ਇੱਕ ਤਾਂ ਸਾਂਝਾ ਗੁਣਨਖੰਡ ਨਿਕਲਿਆ 2 ਗੁਣਾ 3 ਦੇਖੋ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਵੀ ਤਿੰਨਾਂ 'ਚ ਹੈ। ਤਾਂ ਇੱਕ ਸਾਂਝਾ ਗੁਣਨਖੰਡ ਕੀ ਆ ਗਿਆ 3 ਆ ਗਿਆ। ਇਹ ਦੇਖੋ
ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈਗਾ, ਇਹਦੇ ਵਿੱਚ ਵੀ ਹੈਗਾ। ਇੱਕ ਸਾਂਝਾ ਗੁਣਨਖੰਡ ਕੀ ਆ ਗਿਆ, A ਆ ਗਿਆ। B ਦੇਖੋ ਪਹਿਲੇ ਦੇ ਵਿੱਚ ਵੀ ਹੈਗਾ, ਦੂਸਰੇ 'ਚ ਵੀ ਹੈਗਾ, ਤੀਸਰੇ 'ਚ ਵੀ ਹੈਗਾ, ਇੱਕ ਗੁਣਨਖੰਡ ਆ ਗਿਆ B। ਹੋਰ ਕੋਈ ਸਾਂਝਾ ਗੁਣਨਖੰਡ ਨਹੀਂ ਹੈਗਾ ਜਿਹੜਾ ਤਿੰਨਾਂ 'ਚ ਹੋਵੇ। ਤਾਂ ਕਿੰਨਾ ਆ ਗਿਆ ਦੇਖੋ, 3 ਦੂਣੀ 6 AB। ਤਾਂ ਸਾਡਾ ਜਿਹੜਾ ਆਨਸਰ ਹੈ 3 ਦੂਣੀ 6 AB ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਤਾਂ ਤੁਸੀਂ ਦੇਖੋਗੇ ਸੈਕਿੰਡ ਆਪਸ਼ਨ ਦੇ ਵਿੱਚ ਇਹ ਸਾਡਾ ਰਾਈਟ ਆਨਸਰ ਬਣ ਰਿਹਾ ਹੈ। ਅਗਲਾ ਪ੍ਰਸ਼ਨ ਦੇਖੋ, ਜੇ 3 1 Z2 ਇੱਕ ਇਹ ਸੰਖਿਆ ਸਾਡੇ ਕੋਲ 3 ਦਾ ਗੁਣ ਜੇ 3 ਤੇ ਭਾਗ ਹੁੰਦੀ ਹੈ। 3 ਤੇ ਕਿਹੜੀ ਸੰਖਿਆ ਭਾਗ ਹੁੰਦੀ ਹੈ, ਜਿਹਦੇ ਅੰਕਾਂ ਦਾ ਜਿਹੜਾ ਜੋੜ ਹੈ 3 1 Z ਤੇ 2। ਇਹ ਸਾਡੇ ਕੋਲੇ ਸੰਖਿਆ ਸੀ, ਇਹਦੇ ਅੰਕਾਂ ਦਾ ਜਿਹੜਾ ਸੀ ਜੋੜ ਸੀ ਉਹ ਪਤਾ ਕੀਤਾ ਪਹਿਲਾਂ। ਅੰਕਾਂ ਦਾ ਜੋੜ ਕਿੰਨਾ ਆ ਗਿਆ ਵੀ ਦੇਖੋ, ਜੋੜ 3 ਤੇ 1 4, 4 ਤੇ 2 6, 6 + Z ਆ ਗਿਆ। ਜੇ ਅੰਕਾਂ ਦਾ ਜੋੜ 3 ਦੇ ਪਹਾੜੇ 'ਚ ਹੋਵੇ, 3 ਤੇ ਭਾਗ ਹੁੰਦਾ ਹੋਵੇ, ਠੀਕ ਹੈ, ਜੇ ਅੰਕਾਂ ਦਾ ਜੋੜ 3 ਤੇ ਭਾਗ ਹੁੰਦਾ ਹੋਵੇ ਤਾਂ ਉਹ ਸੰਖਿਆ 3 ਦਾ ਗੁਣਜ ਹੋਊਗੀ, 3 ਤੇ ਪੂਰੀ ਵੰਡੀ ਜਾਊਗੀ। ਸਾਨੂੰ ਇਹ ਪੁੱਛਿਆ Z ਦਾ ਮੁੱਲ ਕਿਹੜਾ ਹੋ ਸਕਦਾ। ਹੁਣ ਦੇਖੋ ਇੱਥੇ Z ਦੇ ਮੁੱਲ 2 ਹੋ ਸਕਦੇ ਆ। ਕਿਵੇਂ, ਜੇ ਮੰਨ ਲਓ ਅਸੀਂ Z ਦਾ ਮੁੱਲ ਇੱਕ ਤਾਂ ਲੈ ਲਈਏ 0 ਔਰ ਇੱਕ ਲੈ ਲਈਏ 3, ਠੀਕ ਹੈ। ਤਾਂ ਸਾਡੇ ਕੋਲ ਜਿਹੜਾ ਜੋੜ ਸੀਗਾ ਦੇਖੋ, ਜੋੜ ਅੰਕਾਂ ਦਾ ਸਾਡੇ ਕੋਲ ਆਇਆ ਸੀਗਾ 6 + Z। ਜੇ ਅਸੀਂ 6 'ਚ 0 ਜੋੜ ਦਿੰਦੇ ਹਾਂ, Z0 ਲੈ ਲਿਆ ਸੀ, ਤਾਂ ਜੋੜ 6 ਹੈ ਜਿਹੜਾ ਉਹ 3 ਦੇ ਪਹਾੜੇ 'ਚ ਆਉਂਦਾ। ਜੇ ਅਸੀਂ 6 ਦੇ ਵਿੱਚ 3 ਜੋੜ ਦਿੰਦੇ ਹਾਂ ਤਾਂ 9, ਇਹ ਵੀ 3 ਦੇ ਪਹਾੜੇ 'ਚ ਆਉਂਦਾ। ਤਾਂ 2 ਉੱਤਰ ਸਾਡੇ Z ਦੇ ਬਣ ਸਕਦੇ, ਇੱਕ 0 ਤੇ ਇੱਕ 3। ਤਾਂ ਫਿਰ ਸੰਖਿਆ ਜਿਹੜੀ ਉਹ 3 ਦੇ ਪਹਾੜੇ 'ਤੇ ਭਾਗ ਹੋ ਜੂਗੀ ਜਾਂ 3 ਦਾ ਗੁਣਜ ਹੋਊਗੀ, ਠੀਕ ਹੈ। ਹੁਣ ਸਾਡੇ ਕੋਲੇ ਇੱਥੇ ਜਿਹੜਾ ਆਨਸਰ ਸੀ, ਜੇ ਅਸੀਂ ਆਨਸਰ 1 ਦੇਖਦੇ ਹਾਂ ਤਾਂ ਸਾਡੇ ਕੋਲੇ ਆਨਸਰ 0 ਹੈ ਨਹੀਂ ਗਾ, ਪਰ 3 ਸਾਡੇ ਕੋਲੇ ਆਨਸਰ ਹੈਗਾ। ਤਾਂ ਇਹ ਦਾ ਕੀ ਹੈ, ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਬਹੁਤ ਹੀ ਥੋੜਾ ਜਿਹਾ ਡਿਫਿਕਲਟ ਹੈ। ਉਹਦੇ ਵਿੱਚ ਦੇਖੋ ਸਾਡੇ ਕੋਲੇ A ਤੇ B 2 ਨੰਬਰ ਹੈ। A ਦਾ ਮੁੱਲ ਸਾਨੂੰ ਪੁੱਛਿਆ ਹੋਇਆ। A ਕਿਸ ਤਰ੍ਹਾਂ ਦਾ ਨੰਬਰ ਹੈ, ਕਹਿੰਦੇ ਜੇ A ਦੀ ਅਸੀਂ 3 ਨਾਲ ਗੁਣਾ ਕਰਦੇ ਤਾਂ A ਹੀ ਆਵੇ ਇੱਥੇ, ਠੀਕ ਹੈ। ਤਾਂ ਹੁਣ ਮੈਂ ਇੱਕ ਵਾਰ ਇਹ ਸਾਰੇ ਆਪਸ਼ਨ ਤੁਹਾਨੂੰ ਮੈਂ ਚੈੱਕ ਕਰਵਾਉਣਾ ਬੇਟਾ। ਇੱਧਰ ਲਿਖਦੇ ਹਾਂ ਆਪਾਂ, ਇਹ ਸਾਡੇ ਕੋਲੇ ਰਕਮ ਹੈ, ਠੀਕ ਹੈ। ਪਹਿਲਾਂ ਜੇ ਅਸੀਂ A ਦੀ ਥਾਂ ਤੇ B ਦਾ ਦੇਖੋ B ਲਿਖ ਲਿਆ ਮੈਂ, A ਦੀ ਥਾਂ ਤੇ ਮੰਨ ਲਓ ਅਸੀਂ 1 ਲਿਖ ਲੈਂਦੇ ਹਾਂ। A ਦੀ ਥਾਂ ਤੇ ਕਿੰਨਾ ਲਿਖ ਲਿਆ, 1, ਇੱਥੇ 3 ਸੀ ਔਰ ਹੇਠਾਂ ਹੈ 5 7 ਤੇ A ਦੀ ਥਾਂ ਤੇ ਕਿੰਨਾ ਲਿਖਿਆ, 1। ਆਹ ਬਣਨਾ ਚਾਹੀਦਾ ਗੁਣਾ ਕਰੇ ਤੋਂ। A ਦੀ ਥਾਂ ਤੇ ਮੈਂ ਕਿੰਨਾ ਲਿਖ ਲਿਆ, ਇੱਕ ਵਾਰ 1 ਲਿਖ ਲਿਆ। ਤਾਂ ਦੇਖੋ 3 ਏਕਮ ਤਾਂ 3 ਹੋਣਾ ਚਾਹੀਦਾ ਸੀ ਇੱਥੇ। ਸਾਡੇ ਕੋਲ ਜਿਹੜਾ ਹੇਠਾਂ 1 ਆ ਰਿਹਾ, 3 ਏਕਮ ਕਿੰਨਾ ਹੁੰਦਾ, 3। ਇਸ ਕਰਕੇ 1 ਉੱਤਰ ਨਹੀਂ ਹੋ ਸਕਦਾ, ਕਿਉਂਕਿ 3 ਏਕਮ 3 ਹੁੰਦਾ ਹੈ, ਨਾ ਕਿ 1। ਇੱਥੇ 3 ਬਣੂਗਾ ਫਿਰ। ਹੁਣ ਆਪਾਂ ਚੈੱਕ ਕਰਦੇ ਹਾਂ ਤੀਸਰਾ ਉੱਤਰ C। B ਦਾ B ਲਿਖਿਆ ਦੇਖੋ, 57 ਦਾ ਆਪਾਂ 57 ਲਿਖਿਆ। A ਦੀ ਥਾਂ ਤੇ ਆਪਾਂ ਲਾ ਲਿਆ 2। A ਦੀ ਥਾਂ ਤੇ ਕਿੰਨਾ ਲਿਖ ਲਿਆ, 2, ਠੀਕ ਹੈ। ਜਿੱਥੇ A ਸੀ ਮੈਂ ਉੱਥੇ 2 ਲਿਖ ਲਿਆ ਇੱਕ ਵਾਰ। ਹੁਣ ਤਾਂ ਦੇਖੋ 3 ਦੂਣੀ ਕਿੰਨਾ ਹੁੰਦਾ, 6 ਹੁੰਦਾ। ਗੁਣਾ ਕਰਨੀ ਅਸੀਂ ਤਾਂ ਹੇਠਾਂ ਕਿੰਨਾ ਬਣਨਾ ਚਾਹੀਦਾ, ਇੱਥੇ 6 ਬਣਨਾ ਚਾਹੀਦਾ, ਪਰ ਇੱਥੇ ਕਿੰਨਾ ਬਣੀ ਜਾਂਦਾ, 2। ਤਾਂ ਇਹ ਵੀ ਸਾਡਾ ਉੱਤਰ ਨਹੀਂ ਹੈਗਾ। C ਉੱਤਰ ਵੀ ਸਾਡਾ ਉੱਤਰ ਨਹੀਂ ਹੈਗਾ। ਹਾਂ, ਇਹ ਜਿਹੜੇ ਪਹਿਲਾ ਤੇ ਚੌਥਾ ਉੱਤਰ ਹੈ ਇਹ ਸਾਡੇ ਉੱਤਰ ਹੋ ਸਕਦੇ ਆ। ਕਿਉਂ, ਕਿਉਂਕਿ ਦੇਖੋ ਜਦੋਂ ਅਸੀਂ 3 ਦੀ 0 ਨਾਲ ਗੁਣਾ ਕਰਾਂਗੇ ਤਾਂ 0 ਆਊਗਾ ਇੱਥੇ। A ਦੀ ਥਾਂ ਤੇ 0 ਭਰ ਕੇ ਦੇਖਿਆ, ਇੱਥੇ ਪਤਾ ਨਹੀਂ 57 ਆਊਗਾ ਕਿ ਨਹੀਂ ਆਊਗਾ, ਇਹ ਹਜੇ ਕਨਫਰਮ ਨਹੀਂ ਹੈਗਾ। ਇਸੇ ਤਰੀਕੇ ਨਾਲ ਜੇ ਅਸੀਂ 5 ਭਰਦੇ ਹਾਂ, B ਦੀ ਥਾਂ ਤੇ ਕਿੰਨਾ ਭਰਦੇ ਹਾਂ, A ਦੀ ਥਾਂ ਤੇ 5 ਭਰਦੇ ਹਾਂ, ਦੇਖੋ ਫਿਰ ਵੀ 3 5 15, 3 5 ਕਿੰਨਾ ਬਣ ਗਿਆ, 15। ਇੱਥੇ 57 ਆਊਗਾ, ਠੀਕ ਹੈ। ਇਹ ਦੋਨੇ ਉੱਤਰ ਹੋ ਸਕਦੇ ਆ, ਪਹਿਲਾ ਔਰ ਚੌਥਾ। ਤਾਂ ਇਹਦਾ ਬੇਟਾ ਸਹੀ ਆਨਸਰ ਚੌਥਾ ਬਣੂਗਾ। ਇਹ ਸਾਡੇ ਕੋਲੇ ਜਿਹੜਾ ਆਨਸਰ ਹੈਗਾ ਪਹਿਲਾ, ਇਹ ਨਹੀਂ ਬਣਦਾ। ਕਿਉਂ, ਇੱਕ ਤੁਹਾਨੂੰ ਮੈਂ ਐਗਜਾਮਪਲ ਲੈ ਦਿੰਦਾ। ਜੇ B ਦਾ ਮੁੱਲ ਅਸੀਂ 2 ਲੈ ਲੈਂਦੇ ਹਾਂ, ਦੇਖੋ B ਦਾ ਮੁੱਲ ਕਿੰਨਾ ਲੈ ਲੈਂਦੇ ਹਾਂ, 2। A ਦਾ ਮੁੱਲ 5, A ਦਾ ਮੁੱਲ 5 ਲਿਆ, B ਦਾ ਮੁੱਲ ਕਿੰਨਾ ਲੈਂਦੇ ਹਾਂ, 2 ਲੈਂਦੇ ਹਾਂ। ਤਾਂ ਫਿਰ ਤੁਸੀਂ ਬੇਟਾ ਗੁਣਾ ਕਰਕੇ ਦੇਖੋ ਕਿੰਨੀ ਬਣਦੀ ਹੈ। 5 ਤੀਏ 15, ਇੱਕ ਅਸਲ ਆ ਗਿਆ, 3 ਦੂਣੀ 6 ਤੇ 1 7, ਫਿਰ 25 ਦੂਣਾ 50 ਹੁੰਦਾ,
ਤਾਂ ਜਦੋਂ ਅਸੀਂ ਇਸ ਨੂੰ ਜੋੜਦੇ ਹਾਂ ਦੇਖੋ 575 ਸਹੀ ਬਣਦਾ ਹੈ। ਉਹੀ ਸਾਨੂੰ ਇੱਥੇ ਆ ਸੇਮ ਹੋਣਾ ਚਾਹੀਦਾ ਸੀ, ਦੇਖੋ ਸੇਮ ਹੈ, ਇੱਥੇ 57 ਸੀ 57 ਬਣਦਾ ਹੈ। ਤਾਂ ਇਹਦਾ ਜਿਹੜਾ ਆਪਸ਼ਨ ਹੈ ਬੇਟਾ ਚੌਥਾ ਆਪਸ਼ਨ ਇਹਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਜਿਹੜੀ ਇਸ ਨੂੰ ਪੂਰੀ ਸੰਖਿਆ ਨੂੰ ਭਾਗ ਕਰਦੀ ਹੈ। ਜਿਹੜੀ ਸੰਖਿਆ ਸੀਗੀ ਸਾਡੇ ਕੋਲੇ ਤੁਸੀਂ ਧਿਆਨ ਨਾਲ ਦੇਖੋਗੇ 98 7 6 5 4 3 2 ਤੇ 1। ਇਹਦੇ ਜੇ ਤੁਸੀਂ ਅੰਕਾਂ ਦਾ ਜੋੜ ਕਰੋਗੇ ਤਾਂ ਕਿੰਨਾ ਆਉਂਦਾ, ਦੇਖੋ ਅੰਕਾਂ ਦਾ ਜਿਹੜਾ ਜੋੜ ਹੈ ਉਹ ਕਰਦੇ ਆ ਕਿੰਨਾ ਆਉਂਦਾ ਹੈ। ਦੇਖੋ 9 ਤੇ 1 10, 8 ਤੇ 2 10, 7 ਤੇ 3 ਫੇਰ 10, 6 ਤੇ 4 10, 4 ਵਾਰ ਤਾਂ 10 ਬਣ ਗਿਆ 40 ਤੇ 1 ਆ 5 ਵਿਚਾਲੇ ਬਚ ਗਿਆ 40 ਤੇ 5 45 ਇਹਦਾ ਜੋੜ ਬਣ ਗਿਆ। 45 ਆ ਜਿਹੜਾ ਉਹ 9 ਦਾ ਕੀ ਹੈਗਾ ਗੁਣਜ ਹੈ, 9 ਦੇ ਪਹਾੜੇ 'ਚ ਆਉਂਦਾ। ਤਾਂ ਇਸ ਕਰਕੇ ਇਹ ਪੂਰੀ ਸੰਖਿਆ ਜਿਹੜੀ ਉਹ 9 ਨਾਲ ਵੰਡੀ ਜਾਊਗੀ। ਜਿਹੜੀ ਸੰਖਿਆ ਦੇ ਅੰਕਾਂ ਦਾ ਜੋੜ 9 ਤੇ ਭਾਗ ਹੋ ਜਾਂਦਾ ਹੈ ਉਹ ਪੂਰੀ ਸੰਖਿਆ ਵੀ 9 ਤੇ ਵੰਡੀ ਜਾਂਦੀ ਹੈ। ਇਸੇ ਤਰੀਕੇ ਨਾਲ ਜਿਹੜੀ ਸੰਖਿਆ ਦਾ ਅੰਕਾਂ ਦਾ ਜੋੜ 3 ਤੇ ਭਾਗ ਹੋ ਜਾਂਦਾ ਉਹ ਸੰਖਿਆ ਵੀ 3 ਨਾਲ ਪੂਰੀ ਵੰਡੀ ਜਾਂਦੀ ਹੈ, ਭਾਗ ਹੋ ਜਾਂਦੀ ਹੈ, ਡਿਵਾਈਡ ਹੋ ਜਾਂਦੀ ਹੈ। ਇੱਥੇ ਸਾਡੇ ਕੋਲ 3 ਆਪਸ਼ਨ ਹੈ ਨਹੀਂ ਸੀ, ਤਾਂ ਇੱਥੇ ਆਪਸ਼ਨ ਕੀ ਸੀਗਾ 9। ਤਾਂ 9 ਸਾਡਾ ਰਾਈਟ ਆਨਸਰ ਹੈ। ਅਸੀਂ ਅੰਕਾਂ ਦਾ ਜੋੜ ਕਰ ਲਿਆ, ਉਹ 45 ਆ ਗਿਆ। ਠੀਕ ਹੈ, ਅੱਗੇ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲਾ ਪ੍ਰਸ਼ਨ ਸਾਡੇ ਕੋਲ ਦੇਖੋ ਕੀ ਹੈ, 99 ਦਾ ਵਰਗ। ਉਹਨੂੰ ਕੀ ਲਿਖ ਸਕਦੇ ਹਾਂ ਅਸੀਂ, 99 ਨੂੰ ਲਿਖ ਸਕਦੇ ਹਾਂ 100 ਘਟਾ 1 ਉਸ ਦਾ ਵਰਗ। ਤਾਂ ਇਹ ਸਾਡੇ ਕੋਲੇ 2 ਗੁਣਨਖੰਡ ਬਣ ਗਏ ਇਹਦੇ। ਇਹਨੂੰ ਲਿਖ ਸਕਦੇ ਹਾਂ 100 - 1 ਗੁਣਾ 100 - 1, 2 ਵਾਰ ਲਿਖ ਸਕਦੇ ਹਾਂ ਅਸੀਂ, ਘਾਤ 2 ਹੈ 2 ਵਾਰ ਲਿਖ ਲਿਆ। ਤਾਂ ਦੂਸਰਾ ਆਪਸ਼ਨ ਹੈ ਜਿਹੜਾ ਉਹ ਸਾਡੇ ਕੋਲੇ ਬਣ ਰਿਹਾ, ਇਹੀ ਸਾਡਾ ਰਾਈਟ ਆਨਸਰ ਹੈ। ਤਾਂ ਆਪਾਂ ਬੇਟਾ ਅੱਜ ਦੀ ਕਲਾਸ ਦੇ ਵਿੱਚ ਜਿਹੜਾ ਸਾਡਾ ਸੈਂਪਲ ਪੇਪਰ ਸੀ, ਬਾਕੀ ਜਿਹੜੇ ਦੇ ਰਹਿੰਦੇ ਕੁਐਸਚਨ ਸੀਗੇ 8ਵੀਂ ਕਲਾਸ ਦੇ, ਅਸੀਂ ਸਾਰੇ ਕੁਐਸਚਨ ਨੂੰ ਸੋਲਵ ਕੀਤਾ। ਉਮੀਦ ਕਰਦੇ ਤੁਹਾਨੂੰ ਸਮਝ ਆਇਆ ਹੋਊਗਾ। ਆਪਣੇ ਕਲਾਸਮੇਟਸ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਤਾਂ ਜੋ ਬੱਚੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਆ ਉਸਨੂੰ ਔਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਪਹੁੰਚ ਜਾਵੇ। ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਧੰਨਵਾਦ।